ਇਹਨਾਂ ਨੇ ਜਿਹੜੀ ਸਰਕਾਰਾਂ ਬਣਾਈਆਂ ਈਵੀਐਮ ਦੇ ਥਰੂ ਬਣਾਈਆਂ ਗੜਬੜ ਕਰਕੇ ਕਿ ਜਦੋਂ ਜਵਾਬਦੇਹੀ ਨਹੀਂ ਹੁੰਦੀ ਤਾਂ ਫਿਰ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਆ ਜਾਂਦੀ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਹੋ, ਉੱਥੇ ਵੀ ਐਵੇਂ ਦੇ ਕਾਨੂੰਨ ਬਣੇ ਸਨ ਕਿਸਾਨਾਂ ਦੇ ਜੋ ਵਿਰੋਧ 'ਚ ਚੱਲੇ। ਜਦੋਂ ਤੱਕ ਜੀ ਉਹ ਕਾਨੂੰਨ ਲਾਗੂ ਕਰਕੇ ਖਤਮ ਕਰਤਾ ਜੀ ਮਿੰਟ 'ਚ। ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਾ। ਉੱਥੇ ਵੀ ਤਾਂ ਸਿੰਪਲ ਫਾਰਮਰ ਸਿੰਪਲ ਬੰਦਾ ਹੁੰਦਾ ਜੀ ਆਮ ਤੌਰ 'ਤੇ, ਜਿਹਨੂੰ ਦੇਸ਼ ਦਾ ਕਿਸਾਨ ਪਹਿਲਾਂ ਨਹੀਂ ਸਮਝ ਸਕਿਆ, ਦੇਰੀ ਨਾਲ ਸਮਝਿਆ। ਇਹ ਕਈ ਸਾਲਾਂ ਦਾ ਵਰਤਾਰਾ ਚੱਲ ਰਿਹਾ ਸੀ, ਉਹਦਾ ਇੱਕ ਤੋੜ ਆ ਹੁਣ ਇਹ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ। ਉਹ ਕਿੱਥੋਂ ਸ਼ੁਰੂਆਤ ਕਿੱਥੋਂ ਹੋਈ ਆ? ਆਪਣੇ ਕਿ ਯਾਨੀ ਕਿ MSP ਵਗੈਰਾ ਇਹ ਸਾਰਾ ਕੁਝ ਇਹ ਜਨਤਾ ਕੋਲ ਨਹੀਂ ਹੋਣਾ ਚਾਹੀਦਾ ਕੰਟਰੋਲ। ਇਹ ਮਤਲਬ ਕਿਸਾਨਾਂ ਕੋਲ ਨਹੀਂ ਹੋਣਾ ਚਾਹੀਦਾ। ਇਹਦੀ ਡਿਟਰਮਿਨ ਕਰੇ ਮਾਰਕੀਟ ਦੇ ਵਿੱਚ ਕੌਣ ਹੈਗੇ ਵੱਡੇ ਘਰਾਣੇ। ਤੇ ਕੁਝ ਮਿਲ ਹੀ ਕੁਝ ਨਹੀਂ ਰਿਹਾ ਜੀ। ਦੂਜੇ ਦੇਸ਼ਾਂ ਜਾਓ, ਇੱਕ ਚੀਨ ਵਰਗੀ ਥਾਂ ਤੇ ਹੀ 60,000 ਦੇ ਰਿਹਾ ਸਬਸਿਡੀ। ਕਿਸਾਨ ਦੀ ਕੋਈ ਉਹਨਾਂ ਨੂੰ ਕੀਮਤ ਨਹੀਂ ਹੈਗੀ। ਕਿਸਾਨ ਦਾ ਦੇਖੋ ਜਦੋਂ ਤੁਸੀਂ ਮੰਡੀਆਂ ਆਪਦੀਆਂ ਖੋਲ੍ਹਤੀਆਂ, ਥੋੜ੍ਹੀ 2-4 ਮਹੀਨੇ ਠੀਕ ਜੇ ਕਰਕੇ ਦੇਦਾ, 2-4 ਸਾਲ ਠੀਕ ਕਰਕੇ ਦੇਦਾ। MSP ਵੀ ਦੇਤੀ। MSP ਹੁਣ ਦੇਖੋ ਜੀ ਕਾਨੂੰਨ ਨਹੀਂ ਬਣਾਉਂਦੀ, ਜਲਦੀ ਬਣਾ ਕੇ ਦੇ ਰਹੀ ਸਰਕਾਰ। ਕਹਿੰਦੀ ਅਸੀਂ ਰਿਟਰਨ ਦੇ ਦਿੰਦੇ ਜੀ, ਤੁਹਾਨੂੰ ਲਿਖਤੀ ਦੇ ਦਿੰਦੇ ਹਾਂ। ਲਿਖਤੀ ਕੀ ਹੁੰਦੀ? ਜਦੋਂ ਮਰਜ਼ੀ ਮੁੱਕਰ ਜਾਓ। ਜਦੋਂ ਦਿੱਲੀ ਬਾਰਡਰ ਦੇ ਉੱਤੇ ਕਿੱਲ ਠੋਕੇ ਗਏ, ਰਸਤੇ ਬੰਦ ਕੀਤੇ ਗਏ, ਫਿਰ ਜਾਂ ਅੱਥਰੂ ਜਿਹੜੇ ਹੜ੍ਹ ਬਣੇ ਟਕੈਤ ਦੇ, ਉਦੋਂ ਬਾਅਦ ਇੱਕ ਕਿਸਾਨ ਸੰਘਰਸ਼ ਦੇ ਵਿੱਚ ਵੱਧ ਜਾਨ ਪੈ ਗਈ। ਉਹ ਇੱਕ ਵਾਰੀ ਜ਼ਰੂਰ ਹਾਵੀ ਹੋ ਗਏ ਸੀ ਕਿ ਉਹਨਾਂ ਨੇ ਦੇਖੋ ਕੀਤਾ, ਗਲਤ ਕੋਈ ਨਹੀਂ ਕਹਿ ਰਿਹਾ, ਸਹੀ ਕੀਤਾ। ਲੇਕਿਨ ਗੱਲ ਇਹ ਆਉਂਦੀ ਕਿ ਇਟ ਵਾਜ਼ ਇਨ ਦਾ ਸਪਿਰਿਟ ਆਫ ਰਿਬੇਲੀਅਸਨੈਸ। ਇੱਕ ਯਾਨੀ ਕਿ ਇੱਕ ਬਗਾਵਤੀ ਖੁੰਦਕ ਦੇ ਹਿਸਾਬ 'ਚ, ਗਰਮੀ ਦੇ ਹਿਸਾਬ 'ਚ ਉਹਨਾਂ ਨੇ ਕੀਤਾ। ਉਹ ਜਾ ਕੇ ਆਪਦਾ ਝੰਡਾ ਫਹਿਰਾ ਤਾ। ਝੰਡਾ ਕੋਈ ਖਾਲਿਸਤਾਨੀ ਝੰਡਾ ਨਹੀਂ ਸੀ। ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਅੰਦੋਲਨ ਜਾਰੀ ਹੈ। ਨਾਲ ਵੱਖ-ਵੱਖ ਸਟੇਟਾਂ ਵਿੱਚ ਵੀ ਕਿਸਾਨ ਤੇ ਹੋਰ ਵਰਗ ਜਾਗਰੂਕ ਹੋ ਗਏ ਨੇ। ਤਹੀਆ ਕੀਤਾ ਕਿਸਾਨਾਂ ਨੇ ਕਿ ਉਹ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਰਹਿਣਗੇ। ਪਰ ਲੰਮੇ ਸਮੇਂ ਤੋਂ ਸੰਘਰਸ਼ ਜਾਰੀ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਉਹਨਾਂ ਨੇ ਕਿਸਾਨਾਂ ਨਾਲ ਜੋ ਪੰਗਾ ਲਿਆ ਹੋਇਆ ਉਹਦਾ ਨੁਕਸਾਨ ਵੀ ਹੋ ਸਕਦਾ। ਕੇਂਦਰ ਸਰਕਾਰ ਵਾਕਈ ਕਿਸਾਨ ਹਿਤੈਸ਼ੀ ਹੈ ਜਾਂ ਫਿਰ ਕਿਸਾਨ ਪੱਖੀ ਹੋਣ ਦਾ ਵਿਖਾਵਾ ਕਰਦੀ ਹੈ? ਇਹ ਸਾਰੇ ਕਸ 'ਤੇ ਗੱਲ ਕਰਾਂਗੇ ਡਾਕਟਰ ਈਸ਼ਵਰ ਦਾਸ ਸਿੰਘ ਸਿੱਧੂ ਨਾਲ, ਜੋ ਪੰਜਾਬੀ ਚਿੰਤਕ ਨੇ ਤੇ ਕੌਮਾਂਤਰੀ ਮਾਮਲਿਆਂ 'ਤੇ ਵੀ ਤੇਜ਼ ਤਰਾਰ ਨਿਗਾਹ ਰੱਖਦੇ ਨੇ। ਸਿੱਧੂ ਸਾਹਿਬ, ਕੀ ਲੱਗਦਾ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਪ੍ਰਚਾਰ ਕਰ ਰਹੀ ਹੈ ਕਿ ਉਹ ਤਾਂ ਕਿਸਾਨਾਂ ਦੇ ਪੱਖੀ ਹੈ, ਤੇ ਜਿਹੜੇ ਤਿੰਨੇ ਖੇਤੀ ਕਾਨੂੰਨ ਬਣਾਏ ਨੇ ਉਹ ਵੀ ਕਿਸਾਨਾਂ ਦੇ ਪੱਖੀ ਬਣਾਏ ਨੇ, ਖੇਤੀਬਾੜੀ ਦੀ ਨੀਤੀ ਤਿਆਰ ਕੀਤੀ ਹੈ, ਕਿਸਾਨਾਂ ਨੂੰ ਫਾਇਦਾ ਹੋਏਗਾ? ਇਹ ਵਾਕਈ ਕੇਂਦਰ ਸਰਕਾਰ ਇਸ ਸੋਚ ਨੂੰ ਲੈ ਕੇ ਚੱਲੀ ਹੋਈ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਕਾਰਨ ਨੇ? ਕਿਸੇ ਇੱਕ ਘਰਾਣੇ ਨੂੰ ਫਾਇਦਾ ਜਾਂ ਦੋ ਘਰਾਣਿਆਂ ਨੂੰ ਫਾਇਦਾ ਦੇਣ ਦੀ ਗੱਲ ਹੈ? ਕੀ ਸਮਝਦੇ ਹੋ ਤੁਸੀਂ? ਦੇਖੋ ਜੀ, ਸਮਝ ਤਾਂ ਸਾਰਿਆਂ ਨੂੰ ਆ ਚੁੱਕੀ ਹੈ ਕਿ ਵੀ ਨਾ ਕੇਵਲ ਇਹ ਸਰਕਾਰ ਇਹ ਕਿਸਾਨਾਂ ਨੂੰ ਕੁਝ ਸਮਝਦੀ ਹੈ, ਸਮਝਦੀ ਇਹ ਵੀ ਬੜਾ ਜ਼ਰੂਰੀ ਹੈ ਕਿ ਕਿਉਂ ਨਹੀਂ ਸਮਝਦੀ ਕੁਛ। ਉਹਦਾ ਵੀ ਕਈ ਵਾਰੀ ਇੰਪੋਰਟੈਂਟ ਅੱਜ ਕੱਲ੍ਹ ਜਿਹੜਾ ਜਵਾਬ ਆਉਂਦਾ ਹੈ ਉਹ ਬੜੀ ਵਾਰੀ ਬੋਲਦੇ ਸਰ, ਕਈ ਵਾਰੀ ਵਿੱਚ ਲਾਈਨ ਬੋਲ ਜਾਂਦੇ ਜੀ ਕਿ ਵੀ ਇਹਨਾਂ ਨੂੰ ਕੋਈ ਤਾਂ ਫਿਕਰ ਨਹੀਂ ਕਿਉਂਕਿ ਇਹਨਾਂ ਨੇ ਜਿਹੜੀ ਸਰਕਾਰਾਂ ਬਣਾਈਆਂ EVM ਦੇ ਥਰੂ ਬਣਾਈਆਂ ਗੜਬੜ ਕਰਕੇ ਕਿ ਜਦੋਂ ਜਵਾਬਦੇਹੀ ਨਹੀਂ ਹੁੰਦੀ ਤਾਂ ਫਿਰ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਆ ਜਾਂਦੀ ਹੈ। ਜਿਹੜੀ ਇੱਕ ਇਹਨਾਂ ਨੇ ਨੀਤੀ ਆਯੋਗ ਨੂੰ, ਜਿੱਥੇ ਤੱਕ ਮੈਨੂੰ ਪਤਾ ਲੱਗਿਆ, ਇਹਨਾਂ ਨੇ ਜਾ ਕੇ ਆਪਦੇ PMO ਆਫਿਸ ਲਿਆਏ ਕਿ ਯਾਨੀ ਕਿ ਉੱਥੇ ਬਿਠਾ ਕੇ ਯੋਜਨਾ ਜੋ ਬੋਰਡ ਜਿਹਨੂੰ ਕਹਿੰਦੇ ਹੁੰਦੇ ਸੀ ਪਹਿਲੇ ਉਹ, ਤੇ ਇਹਨਾਂ ਨੇ ਚੱਕ ਕੇ ਜਿਹੜੇ ਕਾਨੂੰਨ ਬਣਾਉਂਦੇ ਨੇ, ਇਹ ਕਾਨੂੰਨ ਬੇਸਿਕਲੀ ਬਣਾਉਂਦੇ ਆ ਬਿਊਰੋਕਰੈਟਸ, ਯਾਨੀ ਕਿ ਬਾਬੂ ਲੈਂਦੇ ਆ ਫੇਵਰਸ ਜਾਂ ਜਾਣਬੁੱਝ ਕੇ ਫੇਵਰ ਕਰਦੀਆਂ ਵੱਡੀਆਂ ਕੰਪਨੀਆਂ, ਅਦਾਨੀਆਂ ਬਾਨੀਆਂ ਵਰਗੇ। ਹੁਣ ਤੁਸੀਂ ਇੱਕ ਗੌਰ ਕਰਨ ਦੀ ਗੱਲ ਹੈ, ਉੱਥੇ ਘੱਟੋ ਘੱਟ 18 ਤੋਂ ਲੈ ਕੇ 20 ਜਿਹੜੇ ਮੇਨ ਟੌਪ 'ਤੇ ਬੈਠੇ ਅਲੱਗ-ਅਲੱਗ ਥਾਵਾਂ 'ਤੇ ਮਲਾਈਦਾਰ ਪੋਸਟਾਂ 'ਤੇ, ਉਹ ਗੁਜਰਾਤੀ IAS ਹੈ ਜੀ। ਓਕੇ। ਅਤੇ ਹੁਣ ਤੁਸੀਂ ਸੋਚੋ ਦੋ ਗੁਜਰਾਤੀ ਉਹ ਜੀ ਅੰਬਾਨੀ ਅੰਡਾਨੀ, ਬਾਕੀ 2 ਗੁਜਰਾਤੀ ਇਹ ਜੀ, ਤੇ ਤੀਜਾ ਕਿੰਗ ਮੇਕਰ। ਅਤੇ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ। ਹੁਣ ਗੱਲ ਇਹ ਆਉਂਦੀ ਹੈ ਕਿ ਹਿਤੈਸ਼ੀ ਕਿਵੇਂ ਹੋ ਸਕਦੇ ਕਿਸਾਨਾਂ ਦੀ ਗੜਬੜ ਤਾਂ ਕਰਕੇ ਵੀ ਹੋਈ ਹੈਗੀ ਹੈ ਕਿਉਂਕਿ ਇਹਨਾਂ ਨੂੰ ਜਿਹੜੇ ਬਿਊਰੋਕਰੈਟਸ ਬੈਠੇ ਆ ਉੱਥੇ, ਜੋ ਕਿ ਦੇ ਆਰ ਬ੍ਰੈਡ ਐਂਡ ਬਟਰਡ ਬਾਏ, ਸਾਰੇ ਮਲਾਈ ਦਾ ਕੰਮ ਜਾਂ ਪੈਸੇ ਜਾਂ ਸਾਰਾ ਕੁਛ ਸਹੂਲਤਾਂ ਖਾਨਦਾਨਾਂ ਦੀਆਂ ਲੈ ਕੇ IAS ਅਫਸਰ,
ਇਹਨਾਂ ਨੇ ਅਦਾਨੀ ਅੰਬਾਨੀ ਵਗੈਰਾ ਤੋਂ ਲਿੱਤੇ ਹੁੰਦੇ ਜੀ, ਵੱਡੇ ਵੱਡੇ ਜਿਹੜੇ ਅਦਾਰੇ ਦੇ ਬਣੇ ਹੁੰਦੇ ਆ। ਉਹਨਾਂ ਨੇ ਇੱਕ ਜਿਹੜੀ ਮੈਂ ਹੁੰਦਾ ਜਿਵੇਂ ਪੜ੍ਹਿਆ ਇਹ ਪੂਰਾ ਕਾਨੂੰਨ ਅੰਗਰੇਜ਼ੀ 'ਚ, ਉਹ ਬੜਾ ਇਨੈਕੁਅਸ ਲੱਗਦਾ। ਇਨੈਕੁਅਸ ਮੀਨਸ ਕਿ ਜਿਵੇਂ ਬੜਾ ਸਾਦਾ ਜਿਹਾ ਜੀ, ਕੋਈ ਐਡਾ ਕੋਈ ਨਹੀਂ ਜੀ, ਨਾ ਕੋਈ ਠੱਗੀ ਵਾਲਾ ਕੰਮ ਤਾਂ ਹੈ ਨਹੀਂ ਬਹੁਤ। ਇੱਕ ਵਾਰੀ ਪੜ੍ਹੋ ਤਾਂ ਉਹ ਤਾਂ ਚੰਗਾ ਹੋਇਆ ਜੀ, ਸਾਡੇ ਨਾਲ ਸਿਆਣੇ ਤਾਂ ਕਿਸਾਨ ਆਗੂ ਨਿਕਲੇ। ਮੈਂ ਤੁਹਾਡੇ ਕੋਲ ਜ਼ਮੀਨਾਂ, ਤੁਹਾਡੇ ਕੋਲ ਹੀ ਜ਼ਮੀਨਾਂ, ਮੇਰੇ ਕੋਲ ਹੀ, ਆਪਾਂ ਭਾਵੇਂ ਜਿੰਨੇ ਮਰਜ਼ੀ ਕੋਈ ਨਾ ਕੁਛ ਕੀਤਾ ਆਪਣਾ ਹੋਰ ਹੋਵੇ, ਆਪਾਂ ਬੇਸਿਕ ਕਿਸਾਨੀ ਨਾਲ ਜੁੜੇ ਹਾਂ। ਜਦੋਂ ਜਾ ਕੇ ਪਤਾ ਲੱਗਦਾ ਯਾਰ ਕਿ ਤਾਂ ਸਾਰਾ ਕੁਝ ਖਤਮ ਕਰ ਦੇਣਾ ਸੀ ਪਤੰਦਰਾਂ ਨੇ। ਜਿੱਥੇ ਪਤਾ ਕੀ ਹੋਇਆ ਜੀ, ਦੇਖੋ ਤੁਸੀਂ ਆਪਾਂ ਬੰਦੇ ਭੁੱਲ ਜਾਂਦੇ ਆ, ਇਟਲੀ, ਸਪੇਨ ਐਂਡ ਪੋਰਚੁਗਲ, ਉੱਥੇ ਪਿੰਡਾਂ ਦੇ ਪਿੰਡ ਖਾਲੀ ਪਏ ਆ ਜੀ। ਇਟਲੀ ਜਾਓ ਤਾਂ ਖਾਸ ਕਰ ਆਪਣੇ ਪੰਜਾਬੀ ਆਪਾਂ ਨੂੰ ਰਿਪੋਰਟ ਕਰਦੇ ਹੈਗੇ, ਦੱਸਦੇ ਉੱਥੇ ਵੀ ਐਵੇਂ ਦਾ ਵਰਤਾਰਾ ਚੱਲਿਆ ਸੀ। ਤੁਸੀਂ ਇਟਲੀ ਦੀ ਗੱਲ ਕਰ ਰਹੇ ਹੋ, ਉੱਥੇ ਵੀ ਐਵੇਂ ਦੇ ਕਾਨੂੰਨ ਬਣੇ ਸਨ ਕਿਸਾਨਾਂ ਦੇ ਜੋ ਵਿਰੋਧ 'ਚ ਚੱਲੇ। ਜਦੋਂ ਤੱਕ ਜੀ ਉਹ ਕਾਨੂੰਨ ਲਾਗੂ ਕਰਕੇ ਖਤਮ ਕਰਤਾ ਜੀ ਮਿੰਟ 'ਚ। ਇਹਨਾਂ ਵਿਚਾਰਾਂ ਤੋਂ ਪਤਾ ਹੀ ਲੱਗਾ। ਉੱਥੇ ਵੀ ਤਾਂ ਸਿੰਪਲ ਫਾਰਮਰ ਸਿੰਪਲ ਬੰਦਾ ਹੁੰਦਾ ਜੀ ਆਮ ਤੌਰ 'ਤੇ। ਉਹਦੀ ਸੋਚ ਉਨੀ ਕੀ ਹੁੰਦੀ ਹੈ ਕਿ ਮੇਰੀ ਫਸਲ ਚੰਗੀ ਹੋਵੇ, ਮੈਂ ਉਹਦੀ ਕੇਅਰ ਕਰਦਾ ਰਹਾਂ, ਫਿਰ ਮੈਂ ਉਹਨੂੰ ਵੇਚਾਂ, ਫਿਰ ਮੈਨੂੰ ਪੈਸੇ ਮਿਲ ਜਾਣ। ਅਤੇ ਇੰਨੀ ਥੋੜ੍ਹੀ ਲਿਮਿਟਡ ਹੁੰਦੀ ਹੈਗੀ ਜੀ। ਉਦੋਂ ਦਾ ਕੇ ਖਤਮ ਕਰਤਾ ਜੀ ਇਹਨਾਂ ਨੇ। ਬੇਸਿਕਲੀ ਜੀ ਇੱਥੇ 4 ਕੰਪਨੀਆਂ ਹੈਗੀਆਂ ਜਿਹੜੀਆਂ ਐਗਰੋ ਇੰਡਸਟਰੀ ਨੂੰ ਅਤੇ ਉਹਦੇ ਨਾਲ ਦੀਆਂ ਪ੍ਰੋਡਕਟਸ ਨੂੰ ਕੰਟਰੋਲ ਕਰਦੀਆਂ। ਉਹਨੂੰ ABCD ਕਹਿੰਦੇ ਆ ਜੀ। ਡਾਕਟਰ ਸਾਹਿਬ ਉਹ ਤੁਹਾਡਾ ਬਾਅਦ 'ਚ ਲਵਾਂਗੇ ਅੰਕੜੇ। ਪਹਿਲਾਂ WTO ਦੀ ਗੱਲ ਕਰ ਲਈਏ, ਜਿੱਥੋਂ ਇਹ ਪੁਆੜਾ ਪਿਆ, ਜਿੱਥੋਂ ਗੱਲ ਸ਼ੁਰੂਆਤ ਹੋਈ ਹੈ, ਜਿਹਨੂੰ ਦੇਸ਼ ਦਾ ਕਿਸਾਨ ਪਹਿਲਾਂ ਨਹੀਂ ਸਮਝ ਸਕਿਆ, ਦੇਰੀ ਨਾਲ ਸਮਝਿਆ। ਇਹ ਕਈ ਸਾਲਾਂ ਦਾ ਵਰਤਾਰਾ ਚੱਲ ਰਿਹਾ ਸੀ, ਉਹਦਾ ਇੱਕ ਤੋੜ ਆ ਹੁਣ ਇਹ ਜਿਹੜੇ 3 ਖੇਤੀ ਕਾਨੂੰਨ ਨੇ। ਉਹ ਕਿੱਥੋਂ ਸ਼ੁਰੂਆਤ ਕਿੱਥੋਂ ਹੋਈ ਆ ਕਿਸਾਨ ਵਿਰੋਧੀ ਫੈਸਲਿਆਂ ਦੀ? ਉਹ ਹਾਂ ਬਿਲਕੁਲ ਜੀ, ਤੁਸੀਂ ਪਤੇ ਦੀ ਗੱਲ ਕੀਤੀ ਹੈ। 2001 'ਚ ਐਗਰੀਮੈਂਟ ਹੋਈ ਸੀਗੀ ਜੀ WTO ਦੀ, ਬਾਕੀ ਗਵਰਨਮੈਂਟਸ ਨਾਲ ਆਫ ਡਿਫਰੈਂਟ ਕੰਟਰੀਜ਼ ਇਨਕਲੂਡਿੰਗ ਇੰਡੀਆ। ਅਤੇ ਉਸ ਐਗਰੀਮੈਂਟ ਨਾਲ ਕੀ ਹੋਇਆ ਸੀ, ਉਹ ਕਹਿੰਦੇ ਕਿ ਦ ਪ੍ਰਾਈਸਿਸ ਆਫ ਦਾ ਫਾਰਮ ਪ੍ਰੋਡਕਟ ਸ਼ੁੱਡ ਬੀ ਡਿਟਰਮਿਨਡ ਬਾਏ ਦਾ ਮਾਰਕੀਟ, ਯਾਨੀ ਕਿ ਅਮੀਰ ਘਰਾਣਿਆਂ ਤੋਂ ਆਪਣੇ ਕਿ, ਯਾਨੀ ਕਿ MSP ਵਗੈਰਾ, ਇਹ ਸਾਰਾ ਕੁਛ ਇਹ ਜਨਤਾ ਕੋਲ ਨਹੀਂ ਹੋਣਾ ਚਾਹੀਦਾ ਕੰਟਰੋਲ। ਇਹ ਮਤਲਬ ਕਿਸਾਨਾਂ ਕੋਲ ਨਹੀਂ ਹੋਣਾ ਚਾਹੀਦਾ। ਇਹਦੀ ਡਿਟਰਮਿਨ ਕਰੇ ਮਾਰਕੀਟ। ਮਾਰਕੀਟ ਦੇ ਵਿੱਚ ਕੌਣ ਹੈਗੇ ਜੀ? ਵੱਡੇ ਘਰਾਣੇ। ਵੱਡੇ ਘਰਾਣੇ ਹੁੰਦੇ ਜਦੋਂ ਆ ਗਏ, ਸਾਰਾ ਕੁਝ ਉਹਨਾਂ ਨੇ ਉਹ ਸਟੋਰੇਜ ਕਰਨੀ ਸ਼ੁਰੂ ਕਰਤੀ, ਸਾਰਾ ਕੁਝ ਗੜਬੜ ਕਰਨੀ ਸ਼ੁਰੂ ਕਰਤੀ, ਕਹਾਣੀ ਖਤਮ ਹੋ ਜਾਣੀ ਹੈ ਜੀ। ਇੱਥੇ ਬੜੇ ਮੌਕੇ ਟਾਈਮ ਫੜ ਗਿਆ ਜੀ। ਇਟਲੀ ਵਗੈਰਾ 'ਚ ਫੜ ਨਹੀਂ ਸਕੇ। ਹੁਣ ਸਬਸਿਡੀਆਂ ਇੱਥੇ ਬਹੁਤ ਔਖਾ ਲੋਕ ਬੋਲਦੇ ਰਹਿੰਦੇ ਕਿ ਜੀ ਸਬਸਿਡੀਆਂ ਬਾਹਰ ਨਹੀਂ ਦਿੰਦੇ। ਬਾਹਰ ਜਿੰਨੀਆਂ ਸਬਸਿਡੀ ਦਿੰਦੀਆਂ ਮਹਾਰਾਜ ਦਿੰਦੇ ਹੀ ਨਹੀਂ। 800-850 ਕਰੀਬ ਬਿਲੀਅਨ ਡਾਲਰ, ਯਾਨੀ ਕਿ ਅਰਬਾਂ ਖਰਬਾਂ ਦੀ ਸਬਸਿਡੀ ਅਮਰੀਕਾ ਨੇ ਦਿੱਤੀ 2019 'ਚ ਇਹਨਾਂ ਨੂੰ, ਕਿਸਾਨਾਂ ਨੂੰ। ਆਪਾਂ ਨੂੰ ਆਈਡੀਆ ਨਹੀਂ। ਆਪਣੇ ਤਾਂ ਹਰ ਕਿਸਾਨ ਨੂੰ ਸਿਰਫ ਇਹ ਕਹਿੰਦੇ ਅਸੀਂ 1,20,000 ਕਰੋੜ ਸਬਸਿਡੀ ਦੇ ਦਿੱਤੀ ਜੀ। ਉਸੇ ਦੀ ਇੱਕ ਜਿਹੜੀ ਬਿਜ਼ਨਸ ਕਮਿਊਨਿਟੀ, ਪਤਾ ਨਹੀਂ ਕੀ ਇਹਨਾਂ ਨੂੰ ਦੁੱਖ ਹੈਗਾ ਕਿ ਤੁਹਾਡੇ ਹੀ ਕਿਸਾਨ ਹੈਗੇ, ਯਾਨੀ ਕਿ ਇੱਕ ਕਿਸਾਨ ਨੂੰ ਸਿਰਫ 15,000 ਦੀ ਸਬਸਿਡੀ ਮਿਲੀ, ਉਹ ਵੀ 2 ਫਸਲਾਂ 'ਤੇ, ਜਿਹੜੀ ਕਿ ਉਹ ਵੀ ਖਾਸ ਕਰ ਪੰਜਾਬ ਅਤੇ ਹਰਿਆਣਾ 'ਚ, ਜਿਹੜੀ ਤੁਸੀਂ ਪਤਾ ਹੀ ਹੈ ਕਣਕ ਅਤੇ ਝੋਨਾ। ਅਤੇ ਕੁਝ ਮਿਲੀ ਕੁਝ ਨਹੀਂ ਰਿਹਾ ਜੀ। ਦੂਜੇ ਦੇਸ਼ਾਂ 'ਚ ਜਾਓ, ਇੱਕ ਚੀਨ ਵਰਗੀ ਥਾਂ 'ਤੇ ਹੀ 60,000 ਦੇ ਰਿਹਾ ਸਬਸਿਡੀ, 59,000 ਸਮਥਿੰਗ। ਅਤੇ ਲੋਕਾਂ ਨੂੰ ਆਈਡੀਆ ਹੀ ਨਹੀਂ ਹੈ ਕਿ ਸਬਸਿਡੀਆਂ ਜੀ ਉੱਥੇ ਜਿਹੜਾ ਨੁਕਸਾਨ ਹੁੰਦਾ, ਨੁਕਸਾਨ ਦੀ ਭਰਪਾਈ ਸਰਕਾਰਾਂ ਕਰਦੀਆਂ, ਕਿਉਂਕਿ ਉਹਨਾਂ ਦੀ ਜੇਬਾਂ ਡੂੰਘੀਆਂ ਅਮਰੀਕਾ ਦੀ। ਜਿਵੇਂ ਵੀ ਸੋਚ ਸਕਦੇ ਹੋ ਤੁਸੀਂ। ਮੈਨੂੰ ਨਹੀਂ ਪਤਾ ਸੀ 2019, ਮੈਂ ਤਾਂ ਸਰਚ ਕੀਤੀ, ਮੈਂ ਕਿਹਾ ਯਾਰ 867 ਬਿਲੀਅਨ ਡਾਲਰ, ਅਰਬਾਂ ਖਰਬਾਂ ਦੀਆਂ ਸਬਸਿਡੀਆਂ, ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ, ਉਹਨਾਂ ਨੂੰ ਕੋਈ ਭਰਪਾਈ ਹੋ ਕੇ ਮਰ ਨਾ ਜਾਣ, ਖਤਮ ਨਾ ਹੋ ਜਾਣ, ਉਹਨਾਂ ਨੂੰ ਸਰਕਾਰ ਨੇ ਦਿੱਤੀ ਹੈ ਜੀ। 2019 ਦੀ ਗੱਲ ਕਰਦਾ, ਬਾਕੀ ਗੱਲਾਂ ਛੱਡੋ ਤੁਸੀਂ ਪੁਰਾਣੀਆਂ ਕਿ ਦੂਜਿਆਂ ਨੂੰ ਕੀ ਹੋ ਰਿਹਾ ਹੈਗਾ। ਸੋ ਜਿਹੜੀ ਇਹ ਤੁਸੀਂ ਕਹਿੰਦੇ ਸਰਕਾਰ ਹੱਕ ਦੀ ਹੋ ਹੀ ਨਹੀਂ ਸਕਦੀ ਜੀ। ਪਹਿਲੀ ਗੱਲ ਤਾਂ ਜੇ ਅੱਜ ਕੱਲ੍ਹ ਬਹੁਤ ਵੱਡੀ ਇਹਨਾਂ ਨੂੰ, ਇੱਕ ਤਾਂ ਪਹਿਲੀ ਗੱਲ ਮੇਰੇ ਖਿਆਲ 'ਚ ਜਿੰਨਾ ਮਰਜ਼ੀ ਨੌਲੇਜੇਬਲ, ਜਿਹਨੂੰ ਘੱਟ ਨੌਲੇਜ ਹੁੰਦੀ ਹੈ ਨਾ ਜੀ, ਉਹਨੂੰ ਐਂ ਹੁੰਦਾ ਕਿ ਦੂਜਿਆਂ ਨਾਲ ਕੰਪੀਟ ਕਰਨ ਨੂੰ ਫਿਰਦਾ ਹੁੰਦਾ ਕਿ ਮੈਂ ਬੜਾ ਵਿਜ਼ਨਰੀ ਹੈ, ਮੇਰੀ ਸੋਚ ਬਹੁਤ ਅਗਾਂਹ ਵਧੂ ਹੈ। ਮੈਂ ਤਾਂ ਜੀ ਦੇਖੋ ਵਰਲਡ 'ਚ ਜਿਹੜਾ ਲਾਗੂ ਕਰਨਾ ਚਾਹੁੰਦੇ ਸੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇਖੋ ਜੀ, ਇਹ ਈਮਾਨ 'ਤੇ ਜ਼ਿੰਦਗੀ ਚੱਲਦੀ ਹੈ। ਇਹ ਕੋਈ ਇਨਾਮ 'ਤੇ ਨਹੀਂ ਇਕੱਲੀ ਚੱਲਦੀ। ਇਹ ਤਾਂ ਬਸ ਐਂ ਭਾਲਦੇ ਆ ਕਿ ਸਾਡੇ ਬਸ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਜਿਵੇਂ ਤੁਸੀਂ ਮੈਨੂੰ 4 ਵੱਡੀਆਂ ਕੰਪਨੀ ABCD ਬੋਲਦੇ ਹੈਗੇ, ਤੁਹਾਨੂੰ ਬਾਅਦ 'ਚ ਨਾਮ ਵੀ ਗਿਣਾ ਦਾਂਗੇ ਇਹ ਕੌਣ ਹੈਗੇ ਆ। ਉਹਨਾਂ ਯਾਨੀ ਕਿ ਉਹ ਸਾਰਾ ਕੁਝ ਕੰਟਰੋਲ ਕਰਨਾ ਚਾਹੁੰਦੀਆਂ। ਹੁਣ ਅੱਜ ਦੇਖੋ ਜੀ, ਨਹੀਂ ਪੂਰੇ ਵਰਲਡ ਦੀ ਗੱਲ ਕਰਦੇ ਹੋ, ਸਾਰੇ ਕਾਸੇ 'ਚ ਵਰਲਡ ਦੀ ਗੱਲ ਕਰ ਰਿਹਾ। ਵਰਲਡ ਦੀ ਜਿਹੜੀ ਐਗਰੀ ਪ੍ਰੋਡਕਟਸ ਨੂੰ ਕੰਟਰੋਲ ਕਰਦੀ ਹੈ ਜੀ, ਜਿਹਨਾਂ ਐਗਰੀਕਲਚਰ ਫੀਲਡ 'ਚ ਜਿਹੜਾ ਕੰਟਰੋਲ ਕਰਦੀਆਂ। ਅਤੇ ਉਹ ਤੁਹਾਨੂੰ ਮੇਰੇ ਖਿਆਲ 'ਚ ਇੱਕ ਵਾਰੀ ਤੁਹਾਡਾ ਨਾਂ ਦੱਸ ਹੀ ਦੇਈਏ, ਕੋਈ ਜ਼ਰੂਰੀ ਹੈਗਾ, ਆਮ ਬੰਦਿਆਂ ਨੂੰ ਪਤਾ ਵੀ ਨਹੀਂ ਹੁੰਦਾ, ਆਪਾਂ ਨੂੰ ਵੀ ਨਹੀਂ ਪਤਾ ਹੁੰਦਾ, ਚੰਗੇ ਭਲੇ ਸਿਆਣੇ ਬੰਦੇ ਨੂੰ। ਇਹ ਹੈਗੀ ਹੈ ਜੀ ਆਰਚਰ ਡੇਵਿਡ ਮਿਡਲੈਂਡ, ਦੂਜੀ ਹੈਗੀ ਬੂੰਗ, ਤੀਜੀ ਹੈਗੀ ਕਾਰਗਿਲ, ਚੌਥੀ ਹੈਗੀ ਡੁਪੋਨ। ABCD 4 ਵੱਡੀਆਂ ਐਗਰੀਕਲਚਰ ਕੰਪਨੀਆਂ ਜਿਹੜੀਆਂ ਸਾਰਾ ਐਗਰੀਕਲਚਰ ਨੂੰ ਕੰਟਰੋਲ ਕਰਦੀਆਂ। ਯਾਨੀ ਕਿ ਇਹਨਾਂ ਨੇ ਇੰਨਾ ਇਨਫਲੂਐਂਸ ਕਰ ਰੱਖਿਆ WTO ਨੂੰ ਜਾਂ ਦੂਜਿਆਂ ਸਾਰਿਆਂ ਨੂੰ ਕਿ ਵੀ ਇਹ ਸਾਰਾ ਕੁਛ ਸਾਡੇ ਮੁਤਾਬਿਕ ਚੱਲੇ।
ਕਿਸਾਨ ਦੀ ਕੋਈ ਉਹਨਾਂ ਨੂੰ ਕੀਮਤ ਨਹੀਂ ਹੈਗੀ। ਕਿਸਾਨ ਦਾ ਦੇਖੋ ਜਦੋਂ ਤੁਸੀਂ ਮੰਡੀਆਂ ਆਪਦੀਆਂ ਖੋਲ੍ਹਤੀਆਂ, ਥੋੜ੍ਹੀ 2-4 ਮਹੀਨੇ ਤੋਂ ਠੀਕ ਜੇ ਕਰਕੇ ਦੇਦਾ, 2-4 ਸਾਲ ਠੀਕ ਕਰਕੇ ਦੇਦਾ, MSP ਵੀ ਦੇਤੀ। MSP ਹੁਣ ਦੇਖੋ ਜੀ ਕਾਨੂੰਨ ਨਹੀਂ ਬਣਾਉਂਦੀ, ਜਲਦੀ ਜਲਦੀ ਬਣਾ ਕੇ ਦੇ ਰਹੀ ਸਰਕਾਰ, ਕਹਿੰਦੀ ਅਸੀਂ ਰਿਟਰਨ ਦੇ ਦਿੰਦੇ ਜੀ ਤੁਹਾਨੂੰ, ਲਿਖਤੀ ਦੇ ਦਿੰਦੇ ਹਾਂ। ਲਿਖਤੀ ਕੀ ਹੁੰਦੀ, ਜਦੋਂ ਮਰਜ਼ੀ ਮੁੱਕਰ ਜਾਓ। ਉਹ ਜਦੋਂ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਵੀ ਨਹੀਂ ਦੇ ਰਹੇ ਤਾਂ ਇੱਕ ਮੈਨੂੰ ਸੋਚੋ, ਮੈਂ ਚਲੋ ਮੇਰੇ ਕੋਲ ਠੀਕ ਜ਼ਮੀਨ ਹੈਗੀ ਹੈ, ਜਿਹਦੇ ਕੋਲ ਵਿਚਾਰੇ ਕੋਲ ਕਿੱਲਾ ਹੈ, 2 ਕਿੱਲੇ ਹੈ, ਉਹ ਹੁਣ ਅਲੱਗ ਜਾ ਕੇ ਕਿੱਥੇ ਵੇਚੂਗਾ? ਅਗਲੀ ਮਾਰਕੀਟ ਜਾ ਕੇ ਥੋੜਾ ਮਤਲਬ ਉਹ ਰਾਜਸਥਾਨ 'ਚ ਜਾਊਗਾ ਜੀ ਵੇਚਣ 'ਚ, ਜੀ UP 'ਚ ਜਾਊਗਾ ਜੀ ਵੇਚਣ 'ਚ। ਉਹਦੇ ਕੋਲ ਪੈਸੇ ਨਹੀਂ ਹੋਣੇ ਜੀ, ਉਹਨੇ ਟਰਾਲੀ ਜੋਗੇ ਨਹੀਂ, ਕੀ ਕਹਿੰਦੇ ਹੁੰਦੇ, ਪੈਟਰੋਲ ਜੋਗਾ ਨਹੀਂ ਪੈਸਾ ਹੋਣਾ। ਸੋ ਇਹ ਗੱਲਾਂ ਹੈਗੀਆਂ। ਇਹ ਆਪਣੇ ਜਿਹੜੇ ਸਿੱਖ ਖਾਸ ਕਰ ਜਿਹੜੇ ਕਿਸਾਨ ਸੀਗੇ ਜਾਂ ਪੰਜਾਬ ਦੇ ਕਿਸਾਨ, ਜਿਹਨੂੰ ਰਾਜੇਵਾਲ ਸਾਹਿਬ ਜਾਂ ਵਗੈਰਾ, ਇਹਨਾਂ ਨੇ ਸਭ ਨਾਲ ਪਹਿਲੇ ਰਾਜੇਵਾਲ ਸਾਹਿਬ ਨਾਲ ਗੱਲ ਫੜੀ ਕਿ ਭਾਈ ਇਹਨਾਂ ਕੀ ਨੁਕਸਾਨ ਹੋਊਗਾ। ਉਹ ਸਭ ਉਹਨਾਂ ਨੇ ਕਲੀਅਰ ਕਰਤੀ ਜੀ। ਫਿਰ ਇੱਥੇ ਇਹਨਾਂ ਨੇ 2 ਮਹੀਨੇ ਇੱਥੇ ਲਾਇਆ ਅਤੇ ਉਹਨਾਂ ਦੀ ਕੋਈ ਸਿਹਤ 'ਤੇ ਫਰਕ ਨਹੀਂ ਦਿਖਿਆ। ਅਤੇ ਉਹਨੇ ਫਿਰ ਬਾਕੀ ਜਦੋਂ ਹੁਣ ਤੁਰੇ ਸੈਂਟਰ 'ਚ, ਅਤੇ ਉੱਥੇ ਜਾ ਕੇ ਇਹਨਾਂ ਨੂੰ ਬੁਖਾਰ ਚੜ੍ਹਿਆ। ਜਿਹੜਾ ਕੁਛ ਇਹਨਾਂ ਨੇ ਐਂਟੀ ਡੈਮੋਕ੍ਰੈਟਿਕ ਕੀਤੀ ਗੱਲਾਂ, ਉਹਦਾ ਫਾਇਦਾ ਇਹ ਹੋਇਆ ਕਿ ਵੀ ਹੁਣ ਜਿਹੜੀ ਹਰਿਆਣਾ ਅਤੇ ਪੰਜਾਬ ਦੇ ਜਿਹੜੇ ਜਾਟ ਭਾਈਚਾਰਾ, ਖਾਸ ਕਰ ਕਿਸਾਨ ਭਾਈਚਾਰਾ, UP ਵਾਲੇ ਵੀ, ਰਾਜਸਥਾਨ ਵਾਲੇ, ਇਹ ਜੁੜ ਗਏ। ਇੱਥੇ ਤੱਕ ਹੋ ਗਿਆ ਕਿ ਹੁਣ ਵਿਆਹ ਸ਼ਾਦੀਆਂ ਤੱਕ ਦੇ ਮਤਲਬ ਇੱਕ ਰਿਸ਼ਤੇ ਡੂੰਘੇ ਹੋ ਗਏ ਕਿ ਹਾਂਜੀ ਤੁਸੀਂ ਸਾਡੇ ਵਿਆਹ ਆਏ ਹੋ ਜੀ, ਅਸੀਂ ਤੁਹਾਡੇ ਵਿਆਹ ਆਏ ਹੋ। ਇੱਕ ਉਹਨਾਂ ਦੇ ਮਨ 'ਚ, ਮੈਨੂੰ ਇੱਥੇ ਕੋਈ ਫੌਜ ਦਾ ਹੀ ਮੇਰੇ ਦੋਸਤ ਗੱਲ ਕਰਦਾ ਸੀ, ਅਮਰੀਕਾ ਬੈਠਾ ਸੀ, ਕਹਿੰਦਾ ਯਾਰ ਕਿ ਆਪਣੇ ਨਾਲ ਹੁੰਦਾ ਸੀ, ਮੈਨੂੰ ਯਾਦ ਆ, ਉਹ ਮੇਰੇ ਮੁੰਡੇ ਦਾ ਨਾਂ ਗਿੱਲ ਸੀਗਾ, ਹਰਿਆਣੇ ਦਾ। ਉਹ ਕਹਿੰਦਾ ਯਾਰ ਸਾਡੇ ਤਾਂ ਵਹਿਮ ਹੀ ਬੜੇ ਪਾ ਰੱਖੇ ਸੀ, ਸਾਨੂੰ ਤਾਂ ਐਂ ਸੀ ਪਤਾ ਨਹੀਂ ਇਹਨਾਂ ਦੀ ਅੱਤਵਾਦੀ ਸੋਚ ਹੈ ਪੰਜਾਬ ਦੇ ਕਿਸਾਨਾਂ ਦੀ, ਪਤਾ ਨਹੀਂ ਕਿਸ ਟਾਈਪ ਦੇ ਗਲਤ ਹੈ। ਕਹਿੰਦਾ ਅਸੀਂ ਮਿਲੇ, ਕਹਿੰਦਾ ਸਾਡਾ ਤਾਂ ਇਹ ਭੁੱਲ ਹੀ ਗਏ ਸੀ ਕਿ ਇਹ ਤਾਂ ਸਾਡੇ ਤਾਂ ਇਹ ਭਰਾ ਹੈ, ਕਿ ਅਸੀਂ ਤਾਂ ਇੱਕੋ ਹੀ ਸੀਗੇ। ਉਹ ਸਰਕਾਰਾਂ ਨੇ, ਪੋਲੀਟੀਸ਼ੀਅਨਸ ਨੇ ਇੰਨਾ ਫਰਕ ਪਾਤਾ ਅਤੇ ਲੋਕਾਂ ਨੂੰ ਆਈਡੀਆ ਹੀ ਨਹੀਂ ਸੀ ਯਾਰ ਕਿ ਅਸੀਂ ਐਵੇਂ ਇੱਕ ਦੂਜੇ ਨੂੰ ਗਲਤ ਸੋਚੀ ਬੈਠੇ। ਹੁਣ ਤਾਂ ਜੱਫੀਆਂ ਪੈ ਗਈਆਂ। ਮੈਂ ਕਹਿੰਦਾ ਜਿੰਨਾ ਨੁਕਸਾਨ BJP ਦਾ ਹੁਣ ਹੋਇਆ, ਇਹ ਹੋ ਨਹੀਂ ਸਕਦਾ ਸੀ। ਬਹੁਤ ਵਧੀਆ ਹੋਇਆ ਜਿਹੜਾ ਰੌਲਾ ਗੋਲਾ ਵੀ ਪਿਆ। ਰੌਲਾ ਗੋਲੇ ਦਾ ਮਤਲਬ ਇੱਕ ਫਾਇਦਾ ਦੱਸਦਾ ਜੀ, ਦੇਖੋ ਬਾਕੀ ਨੁਕਸਾਨ ਤਾਂ ਹੁੰਦਾ ਹੀ ਹੈ। ਉਹ ਫਾਇਦਾ ਰੌਲਾ ਹੋਇਆ, ਰੌਲੇ ਨਾਲ ਕੀ ਹੋ ਗਿਆ ਕਿ ਇੱਕ ਦੂਜੇ ਦੇ ਮਨ ਦੇ ਭੇਤ ਜਿਹਾ ਪਤਾ ਲੱਗੇ ਯਾਰ ਕਿ ਇਹ ਤਾਂ ਸਾਡੇ ਵਰਗੇ, ਮੇਰਾ ਮਿੱਤਰ ਹੈ, ਮੇਰੇ ਭਰਾ ਹੈ, ਮੇਰੇ ਵੱਡੇ ਭਰਾ ਹੈ, ਮੇਰੇ ਛੋਟੇ ਭਰਾ ਹੈ। ਉਹ ਹੁਣ ਅੱਗੇ ਗਾਂ ਇਹਨਾਂ ਨੂੰ ਬਹੁਤ ਡੇਂਜਰਸ ਪਊਗਾ। ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਦੂਰਗਾਮੀ ਜਿਹੜੇ ਮਤਲਬ ਦੂਰਦੇਸ਼ੀ ਇਹਦੇ ਸਿੱਟੇ ਜਾਂ ਚੰਗਾ ਰਿਜ਼ਲਟ ਇਹਦਾ ਆ ਰਿਹਾ। ਭਾਈਚਾਰਾ ਬਣ ਗਿਆ, ਲੰਗਰ ਦੀ ਪ੍ਰਥਾ ਜਿਹੜੀ ਉਹਦਾ ਵਿਸਥਾਰ ਹੋ ਗਿਆ, ਪੰਜਾਬੀ ਕਿਸਾਨਾਂ ਬਾਰੇ ਜਾਂ ਪੰਜਾਬੀਆਂ ਬਾਰੇ ਹੋਰ ਸਟੇਟਾਂ ਨੂੰ ਪਤਾ ਲੱਗ ਗਿਆ ਕਿ ਇਹ ਦਿਲਦਰਿਆ ਬੰਦੇ ਨੇ। ਪਰ ਜਿਹੜੀ ਤੁਸੀਂ ਬਾਬੂਸ਼ਾਹੀ ਦੀ ਗੱਲ ਕੀਤੀ ਹੈ, ਜਿਹੜੇ ਬਾਬੂ ਲਾਣਾ ਹੈ, ਇਹ ਬਾਬੂ ਲਾਣਾ ਕਿਉਂ ਨਹੀਂ ਠੀਕ ਆ ਰਿਹਾ? ਜਾਂ ਫਿਰ ਬਾਬੂ ਲਾਣਾ ਨੇ ਪ੍ਰਧਾਨ ਮੰਤਰੀ ਜਾਂ ਹੋਰ ਮੰਤਰੀਆਂ ਦੇ ਮਨਾਂ 'ਚ ਇਹ ਗੱਲ ਪਾ ਦਿੱਤੀ, ਫਿੱਟ ਕਰਤੀ ਕਿ ਜਿਹੜੇ 3 ਖੇਤੀ ਕਾਨੂੰਨ ਨੇ ਇਹ ਕਿਸਾਨਾਂ ਦੇ ਫਾਇਦੇਮੰਦ ਨੇ, ਇਹ ਬਾਕੀ ਫਿੱਟ ਹੋ ਗਈ? ਜਾਂ ਫਿਰ ਕੋਈ ਉਹਨਾਂ ਦਾ ਲਾਲਚ ਹੋ ਰਿਹਾ ਸਰਕਾਰ ਦਾ, ਉਹ ਜਾਣਬੁੱਝ ਕੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ? ਦੇਖੋ ਜੀ, ਅਸਲੀ ਸਰਕਾਰਾਂ ਚਲਾਉਂਦੀਆਂ ਬਾਬੂ, ਆਪਾਂ ਨੂੰ ਗਲਤਫਹਿਮੀ ਹੈ ਕਿ ਆਪਾਂ ਚਲਾਉਣੇ ਹੈਗੇ। ਬਾਬੂ ਕੀ ਕਰਦੇ ਆ ਕਿ ਉਸ ਤਰ੍ਹਾਂ ਦੀ ਗਾਈਡੈਂਸ ਜੀ ਦੇ ਦਿੰਦੇ ਪੁੱਠੀ ਜੀ। ਮੈਂ ਹੁਣ ਕਿਤੇ ਇੰਟਰਵਿਊ ਦੇਖ ਰਿਹਾ ਸੀ ਕਿਸੇ ਦੀ, ਕੋਈ ਐਕਸ-ਰਾ ਆਫਿਸਰ ਸੀਗਾ, ਰਿਸਰਚ ਐਂਡ ਪੂਰਾ ਕੀ ਨਾਂ ਹੈਗਾ ਰੌ ਦਾ, ਆਪਣੀ ਜਿਹੜੀ ਇੰਟੈਲੀਜੈਂਸ ਏਜੰਸੀ, ਹਾਂਜੀ ਆਪਣੀ ਇੰਟੈਲੀਜੈਂਸ ਏਜੰਸੀ, ਰਿਸਰਚ ਐਨਾਲਿਸਿਸ ਵਿੰਗ ਜਿਹੜਾ ਹੈਗਾ, ਅਤੇ ਉਹ ਬੈਠਾ, ਉਹ ਕਹਿੰਦਾ ਇਹ ਦੇਖੋ ਇਹ, ਉਹਦੇ ਮੂੰਹ 'ਤੇ ਜੀ ਡਿਸਗਸਟ ਸੀ ਇੱਕ ਤਰ੍ਹਾਂ ਦੀ, ਜਿਵੇਂ ਹੁੰਦੀ ਨਾ ਕਿ ਹੀਨ ਭਾਵਨਾ ਜੀ। ਕਹਿੰਦਾ ਮੂੰਹ 'ਤੇ ਇਹ ਸੜਾ ਸਾ एक क्या मफलर डाल के फिर ये बोलना शुरू करे कैसे किसान है, कौन किसान है, या ਉਹਦਾ ਮਤਲਬ ਇਸ਼ਾਰਾ ਸੀ ਟਕੈਤ ਕਰ ਕਿਤੇ ਮਫਲਰ ਲਾ ਕੇ ਰੱਖਦਾ ਬੰਦਾ। ਤੇ ਉਹ ਯਾਨੀ ਕਿ ਹਰ ਚੀਜ਼ ਦੇ ਐਕਸਪਰਟ ਬਣੇ ਹੁੰਦੇ ਆ, ਲੈਵਲ ਇਹਨਾਂ ਦੀ ਹੁੰਦੀ ਹੈ, ਜਾਂ ਇਹ ਕੈਪਟਨ ਹੁੰਦੇ ਆ ਮੇਜਰ, ਯਾਨੀ ਕਿ ਜ਼ਿਆਦਾ ਐਡਵਾਂਸ ਵੀ ਨਹੀਂ ਕਰ ਚੁੱਕੇ ਹੁੰਦੇ ਆਪਦੇ ਫੀਲਡ 'ਚ। ਪਰ ਇਹਨਾਂ ਦੀ ਜਿਹੜੀ ਸੋਚ ਹੈਗੀ ਉਹ ਹੈ, ਐਂ ਲੱਗਦਾ ਯਾਰ ਜਿਵੇਂ ਸਾਨੂੰ ਬੰਦਾ ਹੀ ਨਹੀਂ ਸੋਚਦਾ। ਉਹ ਕਹਿੰਦੇ ਜੀ ਕਿ ਜਿਹੜੇ ਬੈਠੇ ਆ ਕਹਿੰਦੇ ਕਿਸਾਨ ਨਹੀਂ ਹੈਗੇ। ਸੋ ਮੇਰਾ ਮਤਲਬ ਇੱਕ ਹਿੱਸਾ ਤਾਂ ਇਹਨਾਂ ਨੂੰ ਮਿਸਫੀਡ ਕਰ ਰਿਹਾ ਜੀ ਸੈਂਟਰ ਨੂੰ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਉਹ ਇਹ ਆਏ ਹੈਗੇ ਸਾਰੇ ਬਿਜ਼ਨਸ ਕਲਚਰ 'ਚੋਂ, ਜਿਹੜੀ ਸੈਂਟਰ ਗੌਰਮੈਂਟ ਵਾਲੇ ਜਿਹੜੇ ਬੈਠੇ ਹੈਗੇ ਦੁਕੜੇ, ਹਾਂ ਜੋ ਵੀ ਸਾਰੇ ਬੈਠੇ ਹੈਗੇ ਆ, ਅਤੇ ਉਹਨਾਂ ਵਿੱਚ ਹੀ ਜਿਹੜੇ ਸਭ ਨਾਲ ਜਿਹੜਾ ਕਿ ਜੰਤੂ ਜਿਹੜਾ 25-30 ਸਾਲਾਂ ਦਾ ਬਣ ਜਾਂਦਾ ਹੈ IAS ਅਫਸਰ ਜਾਂ ਪੁਲਿਸ ਵਾਲਾ ਵੀ, ਇਹਨਾਂ ਦੀ ਹੋ ਜਾਂਦੀ ਚਮੜੀ ਐਡੀ ਮੋਟੀ, ਇਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਜੀ। ਇਹ ਕੋਡੀ ਕਰਕੇ ਰੱਖਦੇ ਆ ਆਪਦੀ ਕਮਰ, ਅਤੇ ਜਦੋਂ ਤੁਸੀਂ ਅਫਸਰਾਂ ਨਾਲ ਇਹਨੂੰ ਡੀਲ ਕਰਦੇ ਦੇਖੋ, ਮੈਂ ਬਹੁਤਿਆਂ ਨੂੰ ਦੇਖਿਆ, ਸਾਡੇ ਅਫਸਰ ਆਪ ਖੁਦ ਰਹੇ, ਬਿਲਕੁਲ ਟੌਪ 'ਤੇ ਰਹੇ, ਮੇਰੇ ਰਿਸ਼ਤੇਦਾਰ ਵੀ। ਉਹ ਇੱਕ ਮੈਨੂੰ ਕੋਈ ਗੱਲ ਯਾਦ ਆਉਂਦੀ ਹੈ ਕਿ 1980 ਦੇ ਟਾਈਮ ਕੋਈ ਨੇਵੀ ਦੀ ਡੀਲ ਹੋਈ ਸੀ, ਉਹਦੇ 'ਚ ਉਹਨਾਂ ਨੇ ਜਿਹੜੀ ਮਹਿੰਗੀ ਮਸ਼ੀਨ ਸੀਗੀ ਸਬਮਰੀਨ ਡੀਲ, ਉਹ ਸੀਗੀ ਜਰਮਨੀ ਦੀ, ਜਿਹੜੀ ਸਸਤੀ ਸੀਗੀ ਉਹ ਸੀਗੀ ਸਵੀਡਨ ਦੀ ਜੀ। ਉਹਨਾਂ ਨੇ ਕਰਤੀ, ਇੰਦਰਾ ਗਾਂਧੀ ਦੇ ਟਾਈਮ ਦੀ ਗੱਲ ਹੈ, ਉਹ ਕਰਤੀ ਉਹਨਾਂ ਨੇ 1980 ਦੇ ਟਾਈਮ ਦੀ। ਉਹਨਾਂ ਨੇ ਜਾ ਕੇ ਜੀ ਉਹ ਜਮਨ ਵਾਲੀ ਮੰਨ ਲਈ ਜੀ। ਉਹਦੇ ਵਿੱਚ ਸਾਡੇ ਵਾਲਾ ਰਿਸ਼ਤੇਦਾਰ ਵੀ ਸੀਗਾ ਵਿੱਚ,
ਤੇ ਉਹੀ ਉਹਨਾਂ ਦਾ ਬੇਟਾ ਆ ਕੇ ਮੈਨੂੰ ਕਹਿੰਦਾ ਦੇਖੋ ਜੀ ਸਾਡਾ ਨਾਂ ਵੀ ਕਰਪਸ਼ਨ 'ਚ ਆ ਰਿਹਾ, ਫਲਾਣਾ ਆ ਰਿਹਾ। ਉਹ ਭਾਈ ਤੇਰੇ ਬਾਪੂ ਨੇ ਸਾਈਨ ਮਾਰਿਆ ਸੀ। ਇਹ ਇੰਨੇ ਕੋਡੇ ਹੋ ਜਾਂਦੇ ਆ ਜੀ, ਇੰਨੇ ਓਬਲਾਈਜ਼ਿੰਗ ਹੋ ਜਾਂਦੇ, ਇੱਕ ਮੂੰਹ ਕ ਨਹੀਂ ਦੇਖਦੇ ਜੀ ਇਹ ਰਾਜੇ ਦੇ। ਜਿਵੇਂ ਮੋਦੀ ਸਾਹਿਬ ਕਹਿੰਦੇ ਦੇਖ ਕੇ ਅੱਛਾ ਮੋਦੀ ਸਾਹਿਬ ਕੀ ਭਾਲਦੇ ਆ, ਇਹ ਉਸੇ ਤਰ੍ਹਾਂ ਹੀ ਮੋਲਡ ਕਰ ਜਾਂਦੇ ਆ। ਇੱਥੇ ਵੀ ਐਂ ਹੁੰਦਾ ਸਰਕਾਰੀ ਤੌਰ 'ਤੇ। ਮੈਨੂੰ ਇੱਕ ਸਾਡਾ ਕੋਈ ਰਿਸ਼ਤੇਦਾਰ ਪੁਲਿਸ ਸੀਗਾ ਵੱਡਾ, ਉਹ ਮੈਂ ਹੁਣ ਉਹਨੂੰ ਬਰਾਬਰ ਬੋਲ ਜਾਂਦਾ ਸੀ ਕਿਉਂਕਿ ਮੇਰੀ ਰਿਸ਼ਤੇਦਾਰ ਸੀਗੀ। ਉਹ ਕਹਿੰਦਾ ਮੈਨੂੰ ਤਾਂ ਆ ਕੇ ਵੱਡੇ ਵੱਡੇ ਇੱਥੇ ਪੁੱਛਦੇ ਆ ਕਿ ਵੀ ਆ ਕਿਵੇਂ ਫਿਰ ਪੋਲੀਟਿਕਸ ਦਾ ਹੋਊਗਾ। ਮੈਂ ਕਿਹਾ ਤੈਨੂੰ ਨਹੀਂ ਪੁੱਛਦੇ, ਤੇਰੀ ਕੁਰਸੀ ਨੂੰ ਪੁੱਛਦੇ। ਉਹਨੂੰ ਹਜ਼ਮ ਨਹੀਂ ਆਉਂਦੀ ਸੀ। ਜੇ ਹੌਲੀ ਹੌਲੀ ਇਹ ਬਾਬੂ ਸ਼ਾਹੀ ਇੱਕ ਤਰ੍ਹਾਂ ਦੇ ਇਹੋ ਜਿਹਾ ਸ਼ਰੀਕਾ ਹੈ ਆਪਣੇ 'ਚੋਂ, ਜਿਵੇਂ ਆਮ 'ਚ ਕਹਿੰਦਾ ਕਿ ਸ਼ਰੀਕੇ ਦਾ ਰੋਲ ਕਰਦੇ। ਤੇ ਸ਼ਰੀਕਾ ਦੇਖੋ ਜੀ, ਜੇ ਭਾਈਚਾਰਾ ਨਿਭਾਉਂਦਾ ਹੈ ਬਹੁਤ ਵਧੀਆ ਹੁੰਦਾ। ਸ਼ਰੀਕੇ ਦੀ ਛੋਟੀ ਜਿਹੀ ਤੁਹਾਨੂੰ ਗੱਲ ਕਰਦਾ ਕਿ ਬੰਦੇ ਨੂੰ, ਮੇਰਾ ਕੋਈ ਰਿਸ਼ਤੇਦਾਰ, ਇਹਨਾਂ ਨੂੰ ਗਨਮੈਨ ਚਾਹੀਦੇ ਸੀ। ਉਹ ਮੈਂ ਕਿਹਾ ਯਾਰ ਤੁਸੀਂ 3 ਜਣੇ ਹੋ, 100 ਰੁਪਈਆ $100 ਦਿਓ ਤੇ ਆ ਕੇ ਆਪਦੇ ਲੈ ਲਓ, ਬੰਦੇ ਰੱਖੋ ਟੌਰ ਟੱਪੇ ਨਾਲ। ਮੈਂ ਕਿਉਂ ਤੂੰ ਮਰਾਸੀਆਂ ਵਾਂਗੂ ਬਿਹੇਵ ਕਰਦਾ ਕਿ ਆ ਕੇ ਗਨਮੈਨ ਝਾਕ ਰੱਖਦਾ। ਉਸ ਬੰਦੇ ਨੇ ਜੀ ਐਡੀ ਬਸ਼ਰਮੀ ਮਤਲਬ ਧਾਰ ਲਈ ਕਿ ਉਹਨੇ ਤਰੀਕਾ ਆ ਗਿਆ ਜੀ, ਜਿਵੇਂ ਬਾਊਗਰੀ ਦਾ, ਇਹ ਬਾਊਗਰੀ ਦਾ ਤਰੀਕਾ ਹੈ। ਉਹ ਆ ਕੇ ਹਰ ਵਾਰੀ ਉਹਨਾਂ ਦੇ ਜਵਾਕ ਨੂੰ $100 ਦੇਣ ਲੱਗ ਗਿਆ ਜੀ। $100 ਹੋਇਆ 5000 ਆਪਣਾ ਉਦੋਂ ਉਸ ਟਾਈਮ। ਮੇਰੀ ਮਾਤਾ ਕਹੇ ਕਿ ਬੇਟਾ ਤੂੰ ਵੀ ਦੇ ਦਿਆ ਕਰ। ਮੈਂ ਕਿਹਾ ਮਾਂ ਇਹ ਤਾਂ ਬੱਚੇ ਖਰਾਬ ਕਰਨ ਵਾਲੀ ਗੱਲ ਹੁੰਦੀ। ਆਪਾਂ ਜਾਈਏ, ਤੁਸੀਂ ਦੱਸੋ ਜੀ ਆਪਦੇ ਭਤੀਜਿਆਂ ਨੂੰ ਜਾਂ ਦੂਜਿਆਂ ਨੂੰ ਕਿੰਨੇ ਕੁ 500 ਦੇ ਦੋਗੇ ਵੱਧ ਤੋਂ ਵੱਧ। ਜੇ ਥੋੜ੍ਹਾ ਹੋਰ ਤੁਸੀਂ ਸੋਚੋ ਕਿ ਚੱਲ ਯਾਰ 4 ਪੈਸੇ ਥੋੜ੍ਹੇ ਵੱਧ ਹੁੰਦੇ ਆ, ਕਹਿੰਦਾ 1000 ਰੁਪਏ ਦੇ ਦਈਏ ਸਾਰਿਆਂ ਨੂੰ। 5000 ਦੇਣ ਦਾ ਕੀ ਮਤਲਬ ਹੈ? ਉਹ ਇੱਕ ਆਮ ਸੇਲਜ਼ਮੈਨ ਸੀ ਜੀ ਕਾਰਾਂ ਦਾ। ਉਹ ਅਫੋਰਡ ਨਹੀਂ ਕਰ ਸਕਦਾ ਸੀ। ਉਹਨੇ ਕਾਬੂ ਕਰਨ ਵਾਸਤੇ ਤੇ ਕਾਬੂ ਕਰ ਗਿਆ ਜੀ, ਖੂਨ ਦਾ ਪਾਣੀ ਬਣਾ ਗਿਆ ਜੀ। ਮੈਂ ਖੁਦ ਸਫ਼ਰ ਕਰ ਰਿਹਾ ਉਸ ਚੀਜ਼ ਤੋਂ। ਸੋ ਉਵੇਂ ਬਾਬੂ ਦੀ ਜੀ ਤੁਸੀਂ ਗੱਲ ਕਰਦੇ ਸੈਂਟਰ ਦੀ, ਸੈਂਟਰ ਦੇ ਜਿਹੜੇ ਬਾਬੂ ਮੈਂ ਦੇਖੇ ਆ ਉਹ ਹਾਂ ਜ਼ਰੂਰ ਮਿਲਾਉਂਦੇ ਹੈਗੇ। ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ। ਉਹਨਾਂ ਨੇ ਦੇਖਣਾ ਕਿ ਇਹ ਲੀਡਰ ਕੀ ਪਾਲਦਾ, ਲੀਡਰ ਪਾਲਦਾ ਅੱਛਾ ਜੀ ਕਿ ਹਾਂ ਜੀ ਦੇਖੋ ਜੀ ਇਹ WTA ਦੀ ਆ ਹੈ ਜਾਂ ਹਮਾਰੇ ਅਦਾਨੀ ਅੰਬਾਨੀ ਸਾਹਿਬ ਇਹ ਚਾਹਤੇ ਹੈ, ਜਾਂ ਉਹਨਾਂ ਦੇ ਪੱਲੇ ਪਾ ਰੱਖੀ ਹੁੰਦੀ ਇਹਨਾਂ ਨੇ। ਬਿਲਕੁਲ ਡਾਕਟਰ ਸਾਹਿਬ, ਹੁਣ ਸਵਾਲ ਇਹ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਸੰਘਰਸ਼ ਜਾਰੀ ਹੈ, ਕਿਸਾਨਾਂ ਦੇ ਹੌਸਲੇ ਤੋਂ ਲੱਗਦਾ ਹੈ ਕਿ ਉਹ ਵਾਪਸ ਮੁੜਨ ਵਾਲੇ ਨਹੀਂ ਹੈ। ਕੇਂਦਰ ਸਰਕਾਰ ਵੀ ਵਿਜਿੱਦ ਹੈ। ਸਾਰੇ ਕਾਸ ਦੇ ਵਿੱਚ ਇੱਕ 26 ਜਨਵਰੀ ਆ ਗਈ ਸੀ, ਉਦੋਂ ਇੱਕ ਵਾਰੀ ਜ਼ਰੂਰ ਨੈਤਿਕ ਤੌਰ 'ਤੇ ਲੱਗਦਾ ਸੀ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਦੇ ਉੱਤੇ ਕੇਂਦਰ ਸਰਕਾਰ ਭਾਰੂ ਪੈ ਗਈ ਹੈ। ਪਰ ਉਸ ਤੋਂ ਬਾਅਦ ਜਦੋਂ ਦਿੱਲੀ ਬਾਰਡਰ ਦੇ ਉੱਤੇ ਕਿੱਲ ਠੋਕੇ ਗਏ, ਰਸਤੇ ਬੰਦ ਕੀਤੇ ਗਏ, ਫਿਰ ਜਾਂ ਅੱਥਰੂ ਜਿਹੜੇ ਹੜ੍ਹ ਬਣੇ ਟਕੈਤ ਦੇ, ਉਦੋਂ ਬਾਅਦ ਇੱਕ ਕਿਸਾਨ ਸੰਘਰਸ਼ ਦੇ ਵਿੱਚ ਵੱਧ ਜਾਨ ਪੈ ਗਈ। ਤੁਹਾਨੂੰ ਸਾਰੇ ਕਾਸ ਦਾ ਹੱਲ ਕੀ ਨਜ਼ਰ ਆਉਂਦਾ? ਜੇ ਆਪਾਂ ਸਾਰੇ ਕਾਸ ਦਾ ਹੱਲ ਦੇਖ ਲਈਏ ਕਿ ਇਹਦਾ ਹੱਲ ਕੀ ਹੈ ਅਤੇ ਫਾਇਦਾ ਕਿਵੇਂ ਹੋਏਗਾ ਕਿਸਾਨਾਂ ਨੂੰ ਵੀ, ਅਤੇ ਕੇਂਦਰ ਸਰਕਾਰ ਦੀ ਇੱਜ਼ਤ ਵੀ ਰਹਿ ਜੇ ਅਤੇ ਕਿਸਾਨਾਂ ਦਾ ਵੀ ਭਲਾ ਹੋ ਜੇ। ਵਿੱਚ ਵਿਚਾਲੇ ਤੁਹਾਨੂੰ ਕੀ ਲੱਗਦਾ? ਵਿੱਚ ਵਿਚਾਲੇ ਤਾਂ ਵੈਸੇ ਦੇਖੋ ਜੀ ਬਹੁਤ ਔਖਾ ਜਿਹਾ ਹੈਗਾ, ਪਰ ਕਿਸਾਨਾਂ ਦੀ ਤਾਂ ਦੇਖੋ ਜੀ ਇੱਜ਼ਤ ਬਰਕਰਾਰ ਹੈਗੀ। ਇੱਕ ਵਾਰੀ ਜ਼ਰੂਰ 26 ਜਨਵਰੀ ਨੂੰ ਉਹਨਾਂ ਨੇ ਇੰਟਰਨੈਸ਼ਨਲ ਦਿਖਾਉਣ 'ਚ ਇਹਨਾਂ ਦਾ ਜਿਹੜਾ ਗੋਦੀ ਮੀਡੀਆ ਜਿਹਨੂੰ ਕਹਿੰਦੇ ਆ ਕਿ ਗੋਦੀ 'ਚ ਬੈਠਾ ਹੋਇਆ ਸਾਰਾ ਜੋ ਕੁਝ ਚਾਹੁੰਦੇ ਉਹ ਜਿਹੇ ਪ੍ਰੋਜੈਕਸ਼ਨ ਕਰਦੇ ਰਹਿੰਦੇ, ਉਹ ਇੱਕ ਵਾਰੀ ਜ਼ਰੂਰ ਹਾਵੀ ਹੋ ਗਏ ਸੀ। ਕਿਉਂਕਿ ਉਹਨਾਂ ਨੇ ਦੇਖੋ ਕੀਤਾ, ਗਲਤ ਕੋਈ ਨਹੀਂ ਕਹਿ ਰਿਹਾ, ਸਹੀ ਕੀਤਾ। ਲੇਕਿਨ ਗੱਲ ਇਹ ਆਉਂਦੀ ਕਿ ਇਟ ਵਾਜ਼ ਇਨ ਦਾ ਸਪਿਰਿਟ ਆਫ ਰਿਬੇਲੀਅਸਨੈਸ, ਇੱਕ ਯਾਨੀ ਕਿ ਇੱਕ ਬਗਾਵਤੀ ਖੁੰਦਕ ਦੇ ਹਿਸਾਬ 'ਚ, ਗਰਮੀ ਦੇ ਹਿਸਾਬ 'ਚ ਉਹਨਾਂ ਨੇ ਕੀਤਾ। ਹੋ ਜਾ ਕੇ ਆਪਦਾ ਝੰਡਾ ਫਹਿਰਾ ਤਾ। ਝੰਡਾ ਕੋਈ ਖਾਲਿਸਤਾਨੀ ਝੰਡਾ ਨਹੀਂ ਸੀ ਜਿੱਥੇ ਤੱਕ ਮੈਨੂੰ ਪਤਾ ਲੱਗਾ, ਉਹ ਸਿਰਫ ਕੇਸਰੀ ਝੰਡਾ ਸੀਗਾ ਜੋ ਸਿੱਖਾਂ ਦੇ ਆਪਣੇ ਗੁਰਦੁਆਰਿਆਂ 'ਚ ਆਮ ਕਰਦੇ ਹੈਗੇ। ਤੇ ਕੀਤਾ, ਗਲਤ ਕੀਤਾ, ਬਹੁਤ ਕੀਤਾ। ਇੱਕ ਵਾਰੀ ਡਾਊਨ ਵੀ ਹੋਈ ਗੱਲ, ਇਹ ਬੜਾ ਲੈ ਲੱਗਿਆ ਕਿ ਯਾਰ ਤਾਂ ਹੁਣ ਤਾਂ ਜੀ ਤੁਸੀਂ ਅਰੈਸਟ ਹੀ ਕਰ ਦਿਓ ਰਕੇਸ਼ ਤੇ ਗੈਰਤ ਨੂੰ ਵੀ। ਮੁੜ ਕੇ ਉਹਨੂੰ ਚੜੀ ਹੋਣੀ ਹੈ ਗਰਮੀ ਜੀ ਕਿ ਸਾਨੂੰ ਤਾਂ ਯਾਰ ਬੰਦੇ ਸਾਲਾ ਗਲਤ ਕਰੀ ਜਾਂਦੇ, ਆ ਕੇ ਦੱਬਣ ਲੱਗੇ। ਉਹ ਤਾਂ ਕੋਈ ਤੁਹਾਨੂੰ ਪਤਾ ਹੋਣਾ BJP ਦਾ ਕੋਈ ਬੰਦੇ ਲੈ ਕੇ ਆ ਗਿਆ, MLA ਕੁੱਟਣ ਨੂੰ ਹੀ ਆ ਗਿਆ। ਉਹ ਪੈ ਗਈ ਕਿ ਤੁਸੀਂ, ਉਹ ਪੁਲਿਸ ਵਾਲਿਆਂ ਨੇ ਕਹਿੰਦਾ ਕਿ ਤੁਸੀਂ ਮਾਰੋ, ਡਾਂਗਾ ਮਾਰੋ ਇਹਨਾਂ ਦੇ। ਉਹ ਚੱਲ ਨਹੀਂ ਸਕੀ। ਫੇਲ ਇਹ ਬਹੁਤ ਹੋ ਗਏ। ਫੇਲ ਇਸ ਕਰਕੇ ਹੋ ਗਈ, ਇਹਨਾਂ ਨੇ ਬੜਾ ਸਾਬਤ ਕਰਨ ਦੀ ਕੀਤੀ ਖਾਲਿਸਤਾਨੀ ਹੈ ਜੀ, ਇਹਨਾਂ 'ਚ ਨਕਸਲਵਾਦੀ ਹੈ ਜੀ, ਇਹਨਾਂ 'ਚ ਮਾਓਵਾਦੀ ਹੈ ਜੀ, ਇਹਨਾਂ 'ਚ ਅਰਬਨ ਨਕਸਲਾਈਟ ਹੈਗੇ ਆ, ਟੁਕੜੇ ਗੈਂਗ ਮੁਸਲਮਾਨਾਂ ਨੂੰ ਵਾਰਤਾ। ਉਹ ਮੁਸਲਮਾਨਾਂ ਭਾਈਚਾਰਾ ਵੀ ਬੈਠਾ ਜੀ। ਇੱਕ ਵੱਡਾ ਹਿੱਸਾ ਕਿਸਾਨਾਂ ਦਾ ਮੁਸਲਮਾਨ ਵੀ ਹੈਗੇ ਆ, ਉਹ ਵੀ ਹੁਣ ਆਉਣ ਲੱਗੇ, ਦੀਂਦੇ ਨਾਲ ਖੜੇ ਹੁੰਦੇ ਆ ਜੀ। ਇਹ ਐਡਾ ਜਿਹੜਾ ਇਹਨਾਂ ਨੁਕਸਾਨ ਹੋ ਗਿਆ, ਜਿਹੜਾ BJP ਨੇ ਆਪਣੇ ਆਪ ਨੂੰ ਵੰਡਾ ਕੇ ਕੀਤਾ ਸੀ ਐਂ ਰਾਜ ਕਰ ਲਾਂਗੇ, ਉਹ ਹੋ ਗਏ ਇਕੱਠੇ। ਖਾਪਾਂ ਚੱਲ ਪਈਆਂ ਜੀ ਉੱਥੇ ਜਿਹੜੀਆਂ UP 'ਚ, ਅਤੇ ਖਾਸ ਕਰ ਜਿਹੜੀ BJP ਦੀ ਕੱਟੜਤਾ ਵਾਲੀ ਨੀਤੀ ਹੈ ਉਹ 'ਤੇ ਵੀ ਸਵਾਲ ਖੜੇ ਹੋ ਗਏ। ਹੁਣ ਉਹ ਵੀ ਹੁਣ ਤਬਾਹ ਹੋ ਜਾਏਗੀ ਉਹ ਨੀਤੀ। ਉਹ ਸਮਾਂ ਉਹ ਦੇਖੋ ਜੀ, ਉਹ ਬਹੁਤ ਭਾਰੀ ਨੁਕਸਾਨ ਆਇਆ ਇਹਨਾਂ ਨੂੰ। ਉਹ ਜੁੜ ਗਏ ਉੱਥੇ। ਖਾਪਾਂ ਨੇ ਤਾਂ ਨਿਰਣੇ ਹੀ ਲੈ ਤੇ। ਖੱਟੜ ਸਾਹਿਬ ਨੇ ਆਪਦਾ, ਉਹਨਾਂ ਦਾ ਜਹਾਜ਼ ਹੀ ਨਹੀਂ ਉਤਰਨ ਦਿੱਤਾ ਸੀ। ਉਹਨਾਂ ਦੇ ਆਪਦਾ ਪਿੰਡ ਹੀ ਸੀ ਮੇਰੇ ਖਿਆਲ 'ਚ, ਜਿੱਥੇ ਕਿਤੇ ਮੈਨੂੰ ਖਿਆਲ ਹੈਗਾ। ਹੁਣ ਵੀ ਚੈਲੰਜ ਕਰਦੇ ਆ ਉਹ। ਅਤੇ ਤੁਸੀਂ ਦੇਖੋ ਰਕੇਸ਼ ਟਕੈਤ ਹੁੰਦਾ ਗਿਆ, ਉਹ ਜਿਹੜੀ ਮਹਾਂ ਪੰਚਾਇਤਾਂ ਅਤੇ ਖਾਪਾਂ ਉਹਨਾਂ ਨੇ ਅਟੈਂਡ ਕੀਤੀਆਂ, ਇੰਨਾ ਭਾਰੀ ਰਸ਼ ਹੈ, ਮੈਨੂੰ ਲੱਗਦਾ ਲੱਖਾਂ 'ਚ ਸੀਗਾ ਜਿਹੜਾ ਚੀਜ਼ ਹੈ। ਇਹਦਾ ਬਹੁਤ ਭਾਰੀ ਨੁਕਸਾਨ ਸਰਕਾਰ ਨੂੰ ਹੋਊਗਾ। ਤੁਸੀਂ ਗੱਲ ਆਉਂਦੀ ਹੈ ਖਤਮ ਕਿਵੇਂ ਹੋਊਗੀ?
ਹੁਣ ਖਤਮ ਦੇਖੋ ਜੀ, ਇੱਕੋ ਹੀ ਚੀਜ਼ ਆ, ਉਹ ਕਹਿੰਦੇ ਰਿਪੀਲ ਕਰੋ, ਇਹ ਕਹਿੰਦੇ ਜੀ ਸਾਡੀ ਕਿਉਂ ਬੇਇੱਜ਼ਤੀ ਕਰੀ ਜਾਂਦੇ ਹੋ, ਅੰਦਰ ਤਾਂ ਮੰਨ ਜਾਂਦਾ। ਮੈਂ ਹੁਣ ਇਹਨੂੰ ਸੁਣ ਰਿਹਾ ਸੀਗਾ, ਕੀ ਨਾਂ ਇਹਦਾ, ਕ੍ਰਿਸ਼ੀ ਮੰਤਰੀ, ਕੀ ਨਾਂ ਉਹਦਾ, ਨਰਿੰਦਰ ਸਿੰਘ ਤੋਮਰ, तो ਜਿਹੜੀ ਗੱਲ ਜੀ ਕਰੀ ਜਾਂਦਾ ਸੀ ਉੱਥੇ, ਉਹ ਕਹਿੰਦਾ ਮੇਰੇ को ये नहीं मालूम कि इसमें काला क्या है। ਤੇ ਮੈਂ ਉੱਥੇ ਦੇਖਾ ਕਾਂਗਰਸੀ ਹੱਸੀ ਜਾਂਦੇ ਜੀ MP, ਇਹਦਾ ਮਤਲਬ ਕੰਜਰਾ ਮਿਲੇ ਕੋਲੇ ਜੀ ਹੈਗੇ, ਉਹ ਬੋਲਦੇ ਕੁਛ ਹੋਰ ਹੈਗੇ। ਤੇ ਉਹ ਕਾਲਾ ਕਿਹਾ ਤੈਨੂੰ, ਉਹ ਕਹਿੰਦੇ ਜੀ ਇਹਨੂੰ ਜਵਾਬ ਨਹੀਂ ਲੱਭਦਾ। ਕਿਸਾਨਾਂ ਨੇ ਇੱਕ ਇੱਕ ਚੀਜ਼ ਦਾ ਦਿੱਤਾ ਜੀ, ਇਹਦਾ ਆਹ ਚੀਜ਼ ਨੁਕਸਾਨ, ਉਹ ਕਹਿੰਦਾ ਕਾਲਾ ਕੀ ਇਹਦੇ 'ਚ, ਉਹ ਕਾਲਾ ਯਾਰ ਤੂੰ ਚਿੱਟਾ ਕੀ ਇਹਦੇ 'ਚ ਦੱਸ। ਹੁਣ ਜਿਹੜੀ ਤੁਸੀਂ ਗੱਲ ਹੈ ਕਿ ਕਿੱਥੇ ਮੁੱਕੂ ਕਿਵੇਂ, ਦੇਖੋ ਜੀ ਜਿਹੜੀ ਵਿਡਰਾਅਲ ਲੱਗਦੀ ਆ ਉਹ ਹਲੇ ਬਹੁਤ ਔਖਾ ਲੱਗਦਾ ਹੈਗਾ। ਪਰ ਇੱਕ ਦੇਖੋ ਜੀ, ਸਭ ਨਾਲ ਵੱਡਾ ਬਦਮਾਸ਼ ਮੈਂ ਦੇਖਿਆ, ਸਭ ਨਾਲ ਵੱਡੇ ਬਦਮਾਸ਼ ਇੱਕਦਮ ਜਦੋਂ ਫੋਲਡ ਹੋਣ ਚਾਹੁੰਦੇ ਤਾਂ ਲੁੱਟ ਜਾਂਦੇ। ਹੁਣ ਇੱਕ ਚੀਜ਼ ਹੈਗੀ ਜਿਹੜੀ ਮੈਨੂੰ ਸੁਝਦੀ ਹੈਗੀ, ਉਹ ਹੈਗਾ ਕਿ ਪਰਮਾਨੈਂਟਲੀ ਇੰਜੈਕਸ਼ਨ ਲਾ ਦਿਓ ਕਿ ਜਿੰਨੀ ਦੇਰ ਐਗਰੀਮੈਂਟ ਕੁਝ ਨਹੀਂ ਹੁੰਦੀ, 1 ਸਾਲ 1.5 ਸਾਲ ਦੀ ਜਿਹੜੀ ਗੱਲ ਕਰਦੇ ਹੋ ਸ਼ੱਕ ਹੋ ਜਾਂਦਾ। ਕਿਸਾਨ ਕਹਿੰਦੇ ਜੀ ਕਿ ਤੂੰ ਤਾਂ ਕੱਲ੍ਹ ਫਿਰ ਸ਼ੁਰੂ ਕਰ ਦੇਂਗਾ ਭਾਈ 1.5 ਸਾਲ ਨੂੰ। ਸੋ ਪਰਮਾਨੈਂਟ ਕਹਿੰਦੇ ਜੀ ਕਿ ਪਰਮਾਨੈਂਟ ਇੰਜੈਕਸ਼ਨ ਉਨੀ ਦੇਰ ਲੱਗ ਜੇ ਜਿੰਨੀ ਦੇਰ ਸਰਕਾਰ ਤੇ ਕਿਸਾਨਾਂ ਦੀ ਸਹਿਮਤੀ ਨਾ ਬਣ ਜੇ, ਉਨੀ ਦੇਰ ਇਹ ਨਾ ਲਾਗੂ ਕੀਤੇ ਜਾਣ, ਮਤਲਬ ਰੋਕ ਲਾ ਟੋਟਲ, ਯਾਨੀ ਕਿ ਪਰਮਾਨੈਂਟ ਇੰਜੈਕਸ਼ਨ ਜਿਹਨੂੰ ਮੰਗਦੇ ਹੁੰਦੇ ਕਿ ਮੁੜ। ਇਹ ਸੁਝਾਅ ਤੁਹਾਡਾ ਬਿਲਕੁਲ ਠੀਕ ਹੈ। ਸੋ ਇਹ ਸਨ ਡਾਕਟਰ ਈਸ਼ਵਰਦਾਸ ਸਿੰਘ ਸਿੱਧੂ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਜੋ ਕਿਸਾਨਾਂ ਨੇ ਜੋ ਅੰਦੋਲਨ ਸ਼ੁਰੂ ਕੀਤਾ ਹੋਇਆ, ਉਹਦਾ ਇੱਕੋ ਇੱਕ ਹੱਲ ਹੈ, ਕੇਂਦਰ ਸਰਕਾਰ ਨੂੰ ਉਦੋਂ ਤੱਕ ਖੇਤੀ ਕਾਨੂੰਨਾਂ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ ਜਦੋਂ ਤੱਕ ਕਿਸਾਨਾਂ ਦੀ ਤੇ ਕੇਂਦਰ ਸਰਕਾਰ ਦੀ ਆਪਸੀ ਸਹਿਮਤੀ ਨਹੀਂ ਬਣਦੀ। ਇੱਕ ਸੁਝਾਅ ਵਧੀਆ ਆਇਆ। ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬਾਬੂ ਨੇ ਜੋ ਅਫਸਰਸ਼ਾਹੀ ਆ ਉਹ ਵੀ ਕੰਮ ਖਰਾਬ ਕਰਦੀ ਆ, ਉਹਨਾਂ ਨੇ ਸਾਡੇ ਲੀਡਰਾਂ ਦੇ ਐਨਕਾਂ ਗਲਤ ਲਗਾਈਆਂ ਹੋਈਆਂ ਨੇ, ਜਿਸ ਕਾਰਨ ਸਾਡੇ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਕਿਸਾਨਾਂ ਦੇ ਵੈਰੀ ਕਿਉਂ ਬਣੇ ਹੋਏ ਨੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਦੁਨੀਆ ਵਿੱਚ ਹਰ ਪਲ ਕਿਤੇ ਨਾ ਕਿਤੇ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਅਸੀਂ ਰਿਸ਼ਵਤ ਦੇ ਕੇ ਕੰਮ ਕਰਾਉਣਾ ਠੀਕ ਸਮਝਦੇ ਹਾਂ। ਅਸੀਂ ਚੋਣਾਂ ਸਮੇਂ ਅੱਖਾਂ ਬੰਦ ਕਰਕੇ ਲੀਡਰ ਚੁਣਦੇ ਹਾਂ। ਲੋਕ ਵਿਰੋਧੀ ਕਾਨੂੰਨ ਬਣ ਜਾਂਦੇ ਹਨ, ਪਰ ਅਸੀਂ ਬੇਖਬਰ ਹੁੰਦੇ ਹਾਂ। ਦੰਗੇ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਸਕੈਂਡਲ ਹੁੰਦੇ ਨੇ, ਲੋਕਤੰਤਰ ਵਿਲਕਣ ਲੱਗਦਾ ਹੈ। ਚਲੰਤ ਮੁੱਦਿਆਂ ਦੀ ਤਹਿ ਤੱਕ ਜਾਇਆ ਕਰਾਂਗੇ, ਸੁੱਤਿਆਂ ਨੂੰ ਜਗਾਇਆ ਕਰਾਂਗੇ, ਝੂਠਿਆਂ ਨੂੰ ਭਜਾਇਆ ਕਰਾਂਗੇ। ਵੇਖੋ ਸਾਡਾ ਖਾਸ ਪ੍ਰੋਗਰਾਮ ਚਰਚਾ ਗਲੀ ਗਲੀ ਹਰ ਬੁੱਧਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।